ਤੁਸੀਂ ਹੁਣ ਤੱਕ ਪੜ੍ਹਿਆ ਕਿ ਜਦੋਂ ਮੈਂ ਮਾਂ ਤੋਂ ਪੁੱਛਿਆ ਕਿ ਤੁਸੀਂ ਇਹ ਪਾਣੀ ਕਿਉਂ ਨਹੀਂ ਪੀਂਦੇ ਤਾਂ ਮਾਂ ਨੇ ਮੇਰੇ ਵੱਲ ਗੁੱਸੇ ਨਾਲ ਦੇਖਿਆ ਤਾਂ ਮੇਰੀ ਜਾਨ ਹੀ ਨਿਕਲਣ ਵਰਗੀ ਹੋ ਗਈ। ਫਿਰ ਠੰਡਾ ਸਾਹ ਲੈਂਦਿਆਂ ਕਿਹਾ ਕਿ ਹਰ ਜਗ੍ਹਾ ਆਪਣੀ ਅਕਲ ਦਾ ਇਸਤੇਮਾਲ ਨਾ ਕਰਿਆ ਕਰ। ਮਾਂ ਦਾ ਇਹ ਅੰਦਾਜ਼ ਪਹਿਲੀ ਵਾਰ ਦੇਖਿਆ ਸੀ। ਮਾਂ ਦੇ ਜਵਾਬ ਨਾਲ ਮੈਂ ਬਿਲਕੁਲ ਚੁੱਪ ਹੋ ਗਈ ਸੀ। ਥੋੜ੍ਹੀ ਦੇਰ ਬਾਅਦ ਨਾਸ਼ਤਾ ਕਰਨ ਤੋਂ ਬਾਅਦ ਮੈਂ ਕਮਰੇ 'ਚ ਆ ਗਈ ਤੇ ਮਾਂ ਘਰ ਦੇ ਕੰਮਾਂ 'ਚ ਰੁੱਝ ਗਈ। ਮੈਂ ਖਿੜਕੀ ਕੋਲ ਬੈਠੀ ਘਰ ਦੇ ਬਾਹਰ ਵਾਲੇ ਹਿੱਸੇ 'ਚ ਦੇਖ ਰਹੀ ਸੀ ਤੇ ਸੋਚਣ ਲੱਗੀ, ਮਾਂ ਜਿੱਥੇ ਮੀਂਹ ਦਾ ਪਾਣੀ ਕਟੋਰਿਆਂ 'ਚ ਭਰ ਕੇ ਜ਼ਮੀਨ ਅੰਦਰ ਰੱਖਦੀ ਸੀ, ਉਸ ਥਾਂ ਨੂੰ ਉਹਨਾਂ ਨੇ ਤਾਰਾਂ ਨਾਲ ਤੇ ਲੋਹੇ ਦੀ ਰਾੜ ਨਾਲ ਘੇਰ ਰੱਖਿਆ ਸੀ ਤੇ ਕੋਨੇ 'ਤੇ ਇੱਕ ਦਰਵਾਜ਼ਾ ਲਾਇਆ ਹੋਇਆ ਸੀ ਜਿਸ ਨੂੰ ਮਾਂ ਨੇ ਜਿੰਦਰਾ ਲਾ ਦਿੱਤਾ ਸੀ। ਹੁਣ ਉਸ ਕਮਰੇ 'ਚ ਦਾਖਲ ਹੋਣਾ ਸੌਖਾ ਨਹੀਂ ਸੀ। ਰਾਤ ਹੁੰਦੇ ਹੀ ਮਾਂ ਦੇ ਸੌਣ ਤੋਂ ਬਾਅਦ ਮੈਂ ਕਮਰੇ ਤੋਂ ਬਾਹਰ ਨਿਕਲੀ ਤੇ ਹੌਲੀ-ਹੌਲੀ ਚੱਲਦੀ ਬਾਹਰ ਆ ਗਈ। ਘਰ ਦੇ ਪਿਛਲੇ ਪਾਸੇ ਆਪਣੇ ਗੋਡਿਆਂ ਸਹਾਰੇ ਚੱਲਣਾ ਸ਼ੁਰੂ ਕੀਤਾ। ਫਿਰ ਤਾਰਾਂ ਕੋਲ ਪਹੁੰਚ ਗਈ ਤੇ ਫਿਰ ਲੰਮੀ ਪੈ ਕੇ ਰੇਂਗਣ ਲੱਗੀ। ਮੇਰਾ ਸ਼ੱਕ ਤੇ ਜਾਸੂਸੀ ਮੈਨੂੰ ਇੱਥੇ ਤੱਕ ਲੈ ਆਈ ਸੀ। ਮੈਂ ਜ਼ਮੀਨ 'ਤੇ ਰੇਂਗਦੀ ਹੋਈ ਤਾਰਾਂ ਦੇ ਹੇਠੋਂ ਲੰਘ ਰਹੀ ਸੀ ਕਿ ਮੈਨੂੰ ਮੇਰੇ ਪੈਰਾਂ 'ਚ ਕੁਝ ਰੇਂਗਦਾ ਹੋਇਆ ਮਹਿਸੂਸ ਹੋਇਆ। ਮੈਨੂੰ ਲੱਗਿਆ ਕਿ ਸੱਪ ਹੈ। ਇਹ ਸੋਚ ਮੇਰਾ ਗਲਾ ਸੁੱਕਣ ਲੱਗਾ ਤੇ ਝਟ ਉੱਠੀ ਤੇ ਆਪਣੇ ਕੱਪੜੇ ਸਾਫ਼ ਕੀਤੇ। ਮਿੱਟੀ ਪੁੱਟੇ ਜਾਣ ਕਾਰਨ ਧਰਤੀ 'ਚੋਂ ਕਾਫੀ ਕੀੜੇ ਬਾਹਰ ਨਿਕਲ ਆਏ ਸਨ, ਜਦੋਂ ਕਿ ਤਾਰਾਂ ਦੇ ਦੂਜੇ ਪਾਸੇ ਬਹੁਤ ਹਨੇਰਾ ਸੀ। ਮੈਂ ਨਿਰਾਸ਼ ਹੋ ਕੇ ਵਾਪਸ ਆ ਗਈ। ਅਗਲੇ ਦਿਨ ਫਿਰ ਘਰੇ ਮਾਂ ਨੂੰ ਮਿਲਣ ਕੁਝ ਲੋਕ ਆਏ ਸਨ, ਪਰ ਉਹਨਾਂ ਦੇ ਸ਼ਬਦਾਂ ਤੋਂ ਲੱਗਦਾ ਸੀ ਕਿ ਉਹ ਬਾਹਰੋਂ ਨਹੀਂ ਆਏ। ਮਾਂ ਉਹਨਾਂ ਨੂੰ ਲੈ ਕੇ ਬੈਠਕ 'ਚ ਚਲੀ ਗਈ ਤਾਂ ਮੈਨੂੰ ਉਹਨਾਂ ਦੀਆਂ ਗੱਲਾਂ ਸੁਣਨ ਦਾ ਮੌਕਾ ਮਿਲ ਗਿਆ। ਮੈਂ ਖਿੜਕੀ ਕੋਲ ਖੜੀ ਹੋ ਕੇ ਅੰਦਰ ਦੇਖਣ ਲੱਗੀ। ਮਾਂ ਉਹਨਾਂ ਲੋਕਾਂ ਨੂੰ ਉਸ ਪਿਆਲੀ 'ਚੋਂ ਪਾਣੀ ਕੱਢ ਕੇ ਉਹਨਾਂ ਦੇ ਡੱਬੇ 'ਚ ਪਾ ਕੇ ਦੇ ਰਹੀ ਸੀ। ਫਿਰ ਉਹਨਾਂ ਨੇ ਪਾਣੀ ਵਾਲਾ ਡੱਬਾ ਲਿਆ ਤੇ ਪੈਸਿਆਂ ਨਾਲ ਭਰਿਆ ਬੈਗ ਖੋਲ੍ਹ ਕੇ ਮਾਂ ਦੇ ਸਾਹਮਣੇ ਕੀਤਾ। ਇੰਨੇ ਸਾਰੇ ਪੈਸੇ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ। ਉਹਨਾਂ ਦੇ ਖੜੇ ਹੁੰਦੇ ਹੀ ਮਾਂ ਵੀ ਉੱਠ ਕੇ ਖੜੀ ਹੋ ਗਈ ਤੇ ਹੱਥ ਮਿਲਾਉਂਦੇ ਹੋਏ ਉਹਨਾਂ ਨੂੰ ਘਰੋਂ ਰਵਾਨਾ ਕੀਤਾ। ਉਹ ਘਰੋਂ ਬਾਹਰ ਨਿਕਲੇ ਤਾਂ ਮੈਂ ਤੁਰੰਤ ਆਪਣੇ ਕਮਰੇ ਦੇ ਦਰਵਾਜ਼ੇ ਦੇ ਪਿੱਛੇ ਹੋ ਕੇ ਖੜੀ ਹੋ ਗਈ। ਉਹ ਲੋਕ ਜਾ ਚੁੱਕੇ ਸਨ। ਉਹਨਾਂ ਦੇ ਜਾਂਦੇ ਹੀ ਕਮਰੇ 'ਚੋਂ ਬਾਹਰ ਨਿਕਲੀ ਤੇ ਬੈਠਕ ਅੰਦਰ ਚਲੀ ਗਈ। ਉਸ ਪਿਆਲੇ ਨੂੰ ਫੜ ਕੇ ਘੁਮਾ ਕੇ ਦੇਖ ਰਹੀ ਸੀ ਕਿ ਐਨੇ ਨੂੰ ਮਾਂ ਬੈਠਕ 'ਚ ਆਈ ਤੇ ਮੇਰੇ ਤੋਂ ਪਿਆਲਾ ਖੋਹਣ ਦੇ ਅੰਦਾਜ਼ 'ਚ ਫੜ ਲਿਆ। ਮਾਂ ਦੇ ਅਜਿਹਾ ਕਰਨ 'ਤੇ ਮੈਨੂੰ ਬਹੁਤ ਗੁੱਸਾ ਆਇਆ। ਅਚਾਨਕ ਮੈਨੂੰ ਆਪਣੇ ਹੱਥ 'ਤੇ ਕੁਝ ਗਿੱਲਾ ਜਿਹਾ ਮਹਿਸੂਸ ਹੋਇਆ। ਹੱਥ ਨੂੰ ਸੂੰਘਿਆ ਤਾਂ ਮੇਰੀਆਂ ਆਂਦਰਾਂ ਬਾਹਰ ਆਉਣ ਵਰਗੀਆਂ ਹੋ ਗਈਆਂ। ਬਹੁਤ ਹੀ ਗੰਦੀ ਬਦਬੂ ਸੀ ਉਸ 'ਚ। ਮੈਂ ਸੋਚਿਆ ਕਿ ਭਲਾ ਪਾਣੀ 'ਚੋਂ ਅਜਿਹੀ ਬਦਬੂ ਕਿਵੇਂ ਆ ਸਕਦੀ ਹੈ। ਮੈਨੂੰ ਮੇਰੀ ਮਾਂ 'ਤੇ ਸ਼ੱਕ ਹੋਇਆ ਕਿ ਕਿਤੇ ਮਾਂ ਕੁਝ ਗਲਤ ਤਾਂ ਨਹੀਂ ਕਰ ਰਹੀ ਸੀ। ਪਾਣੀ 'ਚ ਅਜਿਹੀ ਕੀ ਖਾਸ ਗੱਲ ਸੀ ਕਿ ਲੋਕ ਉਸ ਨੂੰ ਮਹਿੰਗੇ ਮੁੱਲ ਖਰੀਦ ਕੇ ਲੈ ਜਾਂਦੇ ਸਨ। ਭਲਾ ਪਾਣੀ ਪੀਣ ਨਾਲ ਕੌਣ ਜਵਾਨ ਹੁੰਦਾ ਹੈ। ਅਚਾਨਕ ਮੈਨੂੰ ਖਿਆਲ ਆਇਆ ਕਿ ਕਿਉਂ ਨਾ ਮੈਂ ਵੀ ਇਹ ਪਾਣੀ ਪੀ ਲਵਾਂ। ਮੈਂ ਤੁਰੰਤ ਮਾਂ ਕੋਲ ਗਈ ਤੇ ਉਹਨਾਂ ਨੂੰ ਕਿਹਾ ਕਿ ਮਾਂ, ਮੈਂ ਵੀ ਪਾਣੀ ਪੀਣਾ ਹੈ। ਮੇਰੀ ਗੱਲ ਸੁਣ। ਮਾਂ ਇੱਕਦਮ ਗੁੱਸੇ 'ਚ ਆ ਗਈ ਤੇ ਮੈਨੂੰ ਝਿੜਕਦੇ ਹੋਏ ਕਿਹਾ ਕਿ ਉਸ ਪਾਣੀ ਨੂੰ ਹੱਥ ਵੀ ਨਹੀਂ ਲਾਉਣਾ ਕਿਉਂਕਿ ਉਹ ਪਾਣੀ ਸਿਰਫ ਬਜ਼ੁਰਗਾਂ ਲਈ ਹੈ। ਮਾਂ ਦੀ ਗੱਲ ਸੁਣ ਮੇਰਾ ਮੂੰਹ ਲਟਕ ਗਿਆ, ਪਰ ਮੇਰੇ ਦਿਮਾਗ 'ਚੋਂ ਕਟੋਰੇ ਵਾਲਾ ਪਾਣੀ ਅਜੇ ਨਿਕਲਿਆ ਨਹੀਂ ਸੀ। ਮੈਂ ਸੋਚ ਲਿਆ ਸੀ ਕਿ ਅੱਜ ਨਹੀਂ ਤਾਂ ਕੱਲ੍ਹ ਇਹ ਪਾਣੀ ਪੀ ਕੇ ਹੀ ਰਹਾਂਗੀ। ਰਾਤ ਨੂੰ ਪਤਾ ਨਹੀਂ ਕਿੰਨਾ ਕੁ ਟਾਈਮ ਸੀ। ਮੈਨੂੰ ਬਾਹਰ ਕੁਝ ਪੁੱਟਣ ਦੀ ਆਵਾਜ਼ ਆਈ। ਮੈਂ ਅੱਖਾਂ ਮਲਦੀ ਉੱਠੀ ਤੇ ਖਿੜਕੀ ਤੱਕ ਆਈ ਤਾਂ ਮੈਨੂੰ ਬਾਹਰ ਇੱਕ ਔਰਤ ਨਜ਼ਰ ਆਈ। ਮੈਨੂੰ ਲੱਗਿਆ ਕੋਈ ਚੋਰ ਹੈ। ਇਸ ਤੋਂ ਪਹਿਲਾਂ ਕਿ ਮੈਂ ਰੌਲਾ ਪਾਉਂਦੀ, ਮੈਨੂੰ ਉਸ ਦੇ ਹੱਥ 'ਚ ਬ੍ਰੈਸਲੇਟ ਚਮਕਦੀ ਨਜ਼ਰ ਆਈ ਜੋ ਮਾਂ ਦੀ ਸੀ। ਇਸ ਦਾ ਮਤਲਬ ਬਾਹਰ ਮਾਂ ਸੀ, ਪਰ ਉਹ ਇਸ ਸਮੇਂ ਕੀ ਕਰ ਰਹੀ ਸੀ? ਮੈਂ ਗੌਰ ਨਾਲ ਦੇਖਿਆ ਤਾਂ ਮਾਂ ਜ਼ਮੀਨ ਪੁੱਟ ਰਹੀ ਸੀ ਤੇ ਉਹਨਾਂ ਦੇ ਪੈਰ ਕੋਲ ਇੱਕ ਕਟੋਰਾ ਪਿਆ ਸੀ। ਮੈਨੂੰ ਬਹੁਤ ਹੈਰਾਨੀ ਹੋਈ ਕਿ ਅੱਜ ਤਾਂ ਮੀਂਹ ਵੀ ਨਹੀਂ ਪਿਆ, ਫਿਰ ਵੀ ਮਾਂ ਜ਼ਮੀਨ ਕਿਉਂ ਪੁੱਟ ਰਹੀ ਹੈ। ਮੈਂ ਦੇਖਿਆ ਕਿ ਮਾਂ ਜ਼ਮੀਨ 'ਚੋਂ ਕੁਝ ਕੱਢ ਰਹੀ ਹੈ। ਫਿਰ ਮਾਂ ਉੱਠੀ
ਤੇ ਮਿੱਟੀ ਨਾਲ ਲਿਬੜੇ ਹੱਥਾਂ ਨਾਲ ਆਪਣੇ ਚਿਹਰੇ ਤੋਂ ਪਸੀਨਾ ਪੂੰਝਣ ਲੱਗੀ। ਚੰਦ ਦੀ ਰੋਸ਼ਨੀ 'ਚ ਮਾਂ ਦੇ ਚਿਹਰੇ ਤੇ ਅਜੀਬ ਜਿਹਾ ਡਰ ਦਿਸਿਆ। ਮੈਂ ਬਹੁਤ ਡਰ ਗਈ ਤੇ ਤੇਜ਼ੀ ਨਾਲ ਖਿੜਕੀ 'ਚੋਂ ਉੱਠ ਕੇ ਬੈੱਡ 'ਤੇ ਬੈਠ ਗਈ। ਮੈਂ ਵਾਰ-ਵਾਰ ਕਮਰੇ 'ਚ ਨਜ਼ਰਾਂ ਘੁਮਾ ਰਹੀ ਸੀ। ਮਾਂ ਦੇ ਚਿਹਰੇ 'ਤੇ ਮੈਂ ਪਹਿਲਾਂ ਕਦੇ ਅਜਿਹਾ ਡਰ ਨਹੀਂ ਸੀ ਦੇਖਿਆ। ਮੇਰੀ ਬਾਕੀ ਦੀ ਰਾਤ ਜਾਗ ਕੇ ਹੀ ਲੰਘੀ। ਸਵੇਰੇ ਮੈਂ ਆਪਣੇ ਕਮਰੇ 'ਚੋਂ ਦੇਰ ਨਾਲ ਬਾਹਰ ਨਿਕਲੀ। ਮਾਂ ਸੋਫੇ 'ਤੇ ਬੈਠੀ ਟੀਵੀ ਦੇਖ ਰਹੀ ਸੀ। ਮਾਂ ਦੀ ਨਜ਼ਰ ਅਜੇ ਮੇਰੇ 'ਤੇ ਨਹੀਂ ਸੀ ਪਈ, ਇਸ ਲਈ ਮੈਂ ਹੌਲੀ-ਹੌਲੀ ਰਸੋਈ 'ਚ ਗਈ ਤੇ ਪਾਣੀ ਦੀ ਬੋਤਲ ਚੱਕ ਪਾਣੀ ਪੀਣ ਲੱਗੀ। ਮਾਂ ਬੋਲੀ ਕਿ ਅੱਜ ਮੇਰੇ ਕੁਝ ਮਹਿਮਾਨ ਆਉਣਗੇ, ਤੂੰ ਆਪਣੇ ਕਮਰੇ 'ਚ ਹੀ ਰਹੀਂ। ਮੈਂ ਪੁੱਛਿਆ ਕਿ ਕਦੋਂ ਆਉਣਗੇ ਮਹਿਮਾਨ? ਮਾਂ ਨੇ ਕਿਹਾ ਕਿ ਦੁਪਹਿਰ ਵੇਲੇ ਆਉਣਗੇ। ਮਾਂ ਦੀ ਗੱਲ ਸੁਣ ਮੈਂ ਕਮਰੇ 'ਚ ਚਲੀ ਗਈ। ਦੁਪਹਿਰੇ ਬਾਹਰੋਂ ਮਹਿਮਾਨ ਆਏ ਤਾਂ ਮਾਂ ਉਹਨਾਂ ਨਾਲ ਬੈਠਕ 'ਚ ਜਾ ਕੇ ਬੈਠ ਗਈ। ਹੌਲੀ ਦੇਣੇ ਮੈਂ ਆਪਣੇ ਕਮਰੇ 'ਚੋਂ ਨਿਕਲੀ ਤੇ ਮਾਂ ਦੇ ਕਮਰੇ 'ਚ ਆ ਕੇ ਅੰਦਰੋਂ ਲਾਕ ਕਰ ਲਿਆ। ਕਮਰੇ ਦਾਖਲ ਹੋ ਮੈਂ ਬਿਨਾਂ ਸਮਾਂ ਗਵਾਏ ਅਲਮਾਰੀ ਖੋਲ੍ਹੀ, ਪਰ ਉਸ 'ਚ ਮੈਨੂੰ ਕੁਝ ਵੀ ਨਹੀਂ ਮਿਲਿਆ। ਮੈਂ ਮਾਂ ਦੇ ਕਮਰੇ ਦੀ ਤਲਾਸ਼ੀ ਵੀ ਲਈ, ਪਰ ਉੱਥੇ ਵੀ ਕੁਝ ਨਾ ਮਿਲਿਆ। ਦਰਵਾਜ਼ਾ ਖੋਲ੍ਹ ਬਾਹਰ ਆ ਗਈ ਤੇ ਬੈਠਕ ਦੀ ਖਿੜਕੀ ਦੇ ਸਾਹਮਣੇ ਖੜੀ ਹੋ ਗਈ। ਮੇਰੀ ਨਜ਼ਰ ਕਟੋਰੇ 'ਤੇ ਪਈ ਤਾਂ ਉੱਥੇ ਹੀ ਅਟਕ ਗਈ। ਇਹ ਉਹੀ ਕਟੋਰਾ ਸੀ ਜੋ ਮੈਂ ਰਾਤ ਨੂੰ ਮਾਂ ਕੋਲ ਦੇਖਿਆ ਸੀ। ਮੈਂ ਕਮਰੇ 'ਚ ਆਈ ਤੇ ਕੈਲੰਡਰ ਖੋਲ੍ਹ ਕੇ ਦੇਖਿਆ। ਅਜੇ ਵੀ ਇੱਕ ਕਟੋਰਾ ਜ਼ਮੀਨ ਦੇ ਅੰਦਰ ਸੀ। ਮੈਂ ਤਾਰੀਖ ਦੇਖੀ ਤਾਂ ਅੱਜ ਦੀ ਤਾਰੀਖ ਸੀ। ਮੈਂ ਆਪਣੇ ਦਿਮਾਗ 'ਚ ਝੱਟ ਇੱਕ ਤਰਕੀਬ ਸੋਚੀ ਤੇ ਕੈਲੰਡਰ ਨੂੰ ਉੱਥੇ ਰੱਖ ਦਿੱਤਾ। ਫਿਰ ਖਿੜਕੀ ਕੋਲ ਆ ਗਈ। ਮੈਂ ਪੂਰਾ ਦਿਨ ਰਾਤ ਹੋਣ ਦੀ ਉਡੀਕ ਕੀਤੀ। ਜਿਵੇਂ ਹੀ ਕਾਫੀ ਰਾਤ ਹੋਈ ਤਾਂ ਮੈਂ ਕਮਰੇ 'ਚੋਂ ਬਾਹਰ ਨਿਕਲੀ ਤੇ ਘਰ ਦੇ ਪਿਛਲੇ ਪਾਸੇ ਗਈ। ਫਿਰ ਤੇ ਜ਼ਮੀਨ 'ਤੇ ਰੇਂਗਦੇ ਹੋਏ ਮੈਂ ਤਾਰਾਂ ਪਾਰ ਕਰ ਲਈਆਂ ਤੇ ਕਮਰੇ ਚਲੀ ਗਈ। ਜਿੱਥੇ ਚਿੱਟੇ ਗੋਲੇ ਬਣਾਏ ਹੋਏ ਸਨ, ਉੱਥੇ ਜ਼ਮੀਨ ਪੁੱਟਣ ਲੱਗੀ। ਮਿੱਟੀ ਪੁੱਟਦੇ ਹੋਏ ਮੈਂ ਦੇਖਿਆ ਕਿ ਮਾਂ ਦਰਵਾਜ਼ੇ ਦਾ ਤਾਲਾ ਖੋਲ੍ਹ ਰਹੀ ਸੀ। ਮਾਂ ਨੂੰ ਦੇਖ ਮੈਂ ਆਪਣੀ ਸਪੀਡ ਵਧਾ ਦਿੱਤੀ ਤੇ ਜਿਵੇਂ ਹੀ ਕਟੋਰਾ ਮੈਨੂੰ ਦਿਸਿਆ ਤਾਂ ਝਟ ਕਟੋਰੇ 'ਚੋਂ ਪਾਣੀ ਕੱਢਿਆ ਤੇ ਪੀ ਲਿਆ। ਮਾਂ ਵੀ ਮੇਰੇ ਤੱਕ ਪਹੁੰਚ ਚੁੱਕੀ ਸੀ। ਮੈਂ ਮਾਂ ਨੂੰ ਦੇਖਿਆ ਤੇ ਹੱਸਣ ਲੱਗੀ। ਮਾਂ ਨੇ ਮੈਨੂੰ ਬਾਂਹ ਤੋਂ ਫੜਿਆ ਤੇ ਉਠਾਇਆ। ਪਾਣੀ ਪੀਣ ਤੋਂ 5 ਮਿੰਟਾਂ ਬਾਅਦ ਮੈਨੂੰ ਮੇਰੀ ਹਾਲਤ ਅਜੀਬ ਜਿਹੀ ਮਹਿਸੂਸ ਹੋਣ ਲੱਗੀ। ਮਾਂ ਨੇ ਜਲਦੀ ਦੇਣੇ ਮੈਨੂੰ ਗੱਡੀ 'ਚ ਬਿਠਾਇਆ ਤੇ ਹਸਪਤਾਲ ਲੈ ਗਈ। ਹਸਪਤਾਲ ਪਹੁੰਚਦੇ ਮੇਰੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ। ਮੈਨੂੰ ਮੇਰੇ ਜਿਸਮ 'ਚੋਂ ਜਾਨ ਜਾਂਦੀ ਮਹਿਸੂਸ ਹੋ ਰਹੀ ਸੀ। ਕੰਨਾਂ ਦੇ ਪਰਦਿਆਂ ਨਾਲ ਮਾਂ ਦੀ ਆਵਾਜ਼ ਟਕਰਾ ਰਹੀਆਂ ਸਨ। ਮਾਂ ਰੋਂਦੀ ਹੋਈ ਡਾਕਟਰਾਂ ਨੂੰ ਆਖ ਰਹੀ ਸੀ ਕਿ ਮੇਰੀ ਬੇਟੀ ਨੂੰ ਐਂਟੀਡੋਟ ਦਿਓ, ਪਰ ਡਾਕਟਰਾਂ ਨੇ ਬਿਲਕੁਲ ਸਾਫ਼ ਮਨਾ ਕਰ ਦਿੱਤਾ। ਮਾਂ ਨੇ ਉਹਨਾਂ ਨੂੰ ਪੁਲਿਸ ਨੂੰ ਦੱਸਣ ਦੀ ਧਮਕੀ ਦਿੱਤੀ ਤਾਂ ਉਹਨਾਂ ਨੇ ਫਿਰ ਮੈਨੂੰ ਐਂਟੀਡੋਟ ਦਿੱਤਾ। ਮੇਰੀ ਜਾਨ ਤਾਂ ਬਚ ਗਈ ਸੀ, ਪਰ ਮੈਂ ਬਿਲਕੁਲ ਲਾਚਾਰ ਹੋ ਗਈ ਸੀ। ਮਾਂ ਮੈਨੂੰ ਦੇਖ ਕੇ ਸਾਰਾ ਦਿਨ ਰੋਂਦੀ ਰਹਿੰਦੀ ਸੀ। ਫਿਰ ਇੱਕ ਦਿਨ ਪੁਲਿਸ ਨੂੰ ਮਾਂ ਦੇ ਸਾਰੇ ਕਾਰਨਾਮੇ ਦਾ ਪਤਾ ਲੱਗਿਆ ਤਾਂ ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਾਂ ਨੇ ਮੇਰੇ ਸਾਹਮਣੇ ਸਾਰੇ ਜੁਰਮ ਕਬੂਲ ਕੀਤੇ। ਮਾਂ ਨੇ ਦੱਸਿਆ ਕਿ ਉਹ ਇੱਕ ਗੈਂਗ 'ਚ ਸ਼ਾਮਲ ਸੀ ਜੋ ਅਜਿਹਾ ਕੈਮੀਕਲ ਬਣਾਉਂਦਾ ਸੀ ਜਿਸ ਨੂੰ ਕੋਈ ਵੀ ਪੀ ਲੈਂਦਾ ਤਾਂ ਉਹ ਆਪਣੇ ਪੈਰਾਂ 'ਤੇ ਕਦੇ ਖੜਾ ਨਹੀਂ ਸੀ ਹੋ ਸਕਦਾ। ਮੇਰੀ ਮਾਂ ਉਹ ਕੈਮੀਕਲ ਘਰ 'ਚ ਹੀ ਤਿਆਰ ਕਰਦੀ ਸੀ। ਇਸ 'ਚ ਬਹੁਤ ਸਾਰਾ ਸਮਾਂ ਲੱਗਦਾ ਸੀ। ਫਿਰ ਜਦੋਂ ਕੈਮੀਕਲ ਤਿਆਰ ਹੋ ਜਾਂਦਾ ਤਾਂ ਮਾਂ ਉਹਨਾਂ ਨੂੰ ਕਟੋਰਿਆਂ 'ਚ ਭਰ ਕੇ ਜ਼ਮੀਨ 'ਚ ਲੁਕਾ ਦਿੰਦੀ ਸੀ ਤੇ ਮੈਨੂੰ ਆਖਦੀ ਸੀ ਕਿ ਮੈਂ ਮੀਂਹ ਦਾ ਪਾਣੀ ਰੱਖਦੀ ਹਾਂ। ਇਹ ਕੈਮੀਕਲ ਬਹੁਤ ਹੀ ਖਤਰਨਾਕ ਤੇ ਕਈ ਤਰ੍ਹਾਂ ਦਾ ਸੀ। ਮਾਂ ਨੂੰ ਬਾਹਰੋਂ ਆਉਣ ਵਾਲੇ ਗ੍ਰਾਹਕ ਕਾਫੀ ਪੈਸਾ ਦੇ ਜਾਂਦੇ ਸਨ। ਮਾਂ ਨੇ ਦੱਸਿਆ ਕਿ ਉਹ ਇਹ ਕੰਮ 20 ਸਾਲ ਦੀ ਉਮਰ ਤੋਂ ਕਰ ਰਹੀ ਸੀ। ਫਿਰ ਵਿਆਹ ਹੋ ਗਿਆ ਤੇ ਇਸ ਤਰ੍ਹਾਂ ਉਹਨਾਂ ਨੇ ਮੇਰੇ ਪਿਤਾ ਦਾ ਵੀ ਆਪ ਹੀ ਕਤਲ ਕਰ ਦਿੱਤਾ, ਕਿਉਂਕਿ ਪਿਤਾ ਜੀ ਨੂੰ ਮਾਂ ਦੇ ਸਾਰੇ ਕਾਰਨਾਮਿਆਂ ਦਾ ਪਤਾ ਲੱਗ ਗਿਆ ਸੀ। ਮਾਂ ਨੇ ਪੁਲਿਸ ਦਾ ਖਤਰਾ ਸੀ, ਇਸ ਲਈ ਮਾਂ ਨੇ ਮੇਰੇ ਪਿਤਾ ਨੂੰ ਮਾਰ ਦਿੱਤਾ ਸੀ ਤੇ ਇਸ ਕਤਲ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਲੱਗੇ ਕਿ ਉਹ ਬਿਮਾਰ ਹੋ ਕੇ ਮਰੇ ਹਨ। ਮਾਂ ਨੇ ਸਾਰੇ ਜ਼ੁਲਮ ਕਬੂਲ ਕਰਨ ਤੋਂ ਬਾਅਦ ਪੁਲਿਸ ਨੂੰ ਗ੍ਰਿਫਤਾਰੀ ਦੇ ਦਿੱਤੀ।
ਮਾਂ ਜੇਲ੍ਹ 'ਚ ਸੀ ਤੇ ਰੋਜ਼ ਆਪਣੇ ਕੀਤੇ ਤੇ ਰੋਂਦੀ ਰਹਿੰਦੀ ਸੀ। ਮਾਂ ਰਾਹੀਂ ਉਹਨਾਂ ਦਾ ਪੂਰਾ ਗੈਂਗ ਫੜਿਆ ਗਿਆ ਸੀ। ਮਾਂ ਦੀ ਬਾਕੀ ਦੀ ਜ਼ਿੰਦਗੀ ਹੁਣ ਜੇਲ੍ਹ 'ਚ ਹੀ ਲੰਘਣੀ ਸੀ ਤੇ ਮੈਂ ਇੱਕ ਅਨਾਥ ਆਸ਼ਰਮ 'ਚ ਰਹਿ ਰਹੀ ਸੀ। ਉੱਥੇ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰ ਰਹੀ ਸੀ। ਮੇਰੇ ਜ਼ਮੀਰ ਨੂੰ ਕੋਈ ਠੇਸ ਨਾ ਪਹੁੰਚੇ, ਇਸ ਲਈ ਮੈਂ ਵਿਆਹ ਦਾ ਖਿਆਲ ਆਪਣੇ ਦਿਲ 'ਚੋਂ ਕੱਢ ਦਿੱਤਾ, ਕਿਉਂਕਿ ਦੇਸ਼ ਦੇ ਗੱਦਾਰਾਂ ਦੀ ਧੀ ਨਾਲ ਕੋਈ ਵੀ ਵਿਆਹ ਕਰਵਾਉਣ ਲਈ ਤਿਆਰ ਨਾ ਹੁੰਦਾ। ਇਸ ਲਈ ਮੈਂ ਖੁਦ ਇਕੱਲੇ ਹੀ ਜ਼ਿੰਦਗੀ ਜਿਉਣ ਦਾ ਫੈਸਲਾ ਕੀਤਾ। ਹੁਣ ਮੈਂ ਆਪਣੇ ਵਰਗੇ ਮਜਬੂਰ ਲੋਕਾਂ ਨਾਲ ਜ਼ਿੰਦਗੀ ਬਤੀਤ ਕਰਦੇ ਹੋਏ ਆਰਾਮ ਨਾਲ ਰਹਿੰਦੀ ਹਾਂ ਤੇ ਮਾਂ ਆਪਣੇ ਕਰਮਾਂ ਦੀ ਸਜ਼ਾ ਜੇਲ੍ਹ 'ਚ ਭੋਗ ਰਹੀ ਹੈ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਸਭ ਤੋਂ ਪਹਿਲਾਂ ਮਿਲ ਸਕਣ। ਧੰਨਵਾਦ।